ਲੇਕਿਨ ਜੇ ਆਪਾਂ 10-15 ਬੰਦਿਆਂ ਨੂੰ ਰੈਂਡਮ ਪੁੱਛ ਲਈਏ ਕਿ ਮੈਂ ਤੈਨੂੰ $1000 ਮਹੀਨੇ ਦਾ ਵੱਧ ਦੇ ਰਿਹਾ, what would you like to do? ਮੈਨੂੰ ਲੱਗਦਾ 5-6 ਲੋਕ ਕਹਿਣਗੇ ਕਿ ਮੈਂ ਰੀਅਲ ਸਟੇਟ ਬਾਏ ਕਰਾਂਗਾ, 2 ਕਹਿਣਗੇ ਮੈਂ ਸਟਾਕਸ ਬਾਏ ਕਰਾਂਗਾ, 2 ਸ਼ਾਇਦ ਲੈਂਡਿੰਗ ਕਹਿਣਗੇ। ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਇਹ ਕਹੇਗਾ ਕਿ ਮੈਂ ਲਾਈਫ ਇੰਸ਼ੋਰੈਂਸ ਪੈਸੇ ਪਾਵਾਂਗਾ ਕਿ ਮੈਂ ਸੇਵਿੰਗ ਕਰ ਰਹੀ। ਹੁਣ ਮੈਂ ਤੁਹਾਨੂੰ ਇੱਥੇ ਇੱਕ ਫੈਕਟ ਦੱਸਦਾ, ਜਦੋਂ ਕਿ ਪਾਲਿਸੀ ਮਨੀ ਬੈਕ ਕੈਂਸਲ ਹੁੰਦੀ ਆ, ਏਜੰਟ ਵੀ ਪੈਸਾ ਬਣਾ ਗਿਆ, ਬ੍ਰੋਕਰੇਜ ਵੀ ਪੈਸਾ ਬਣਾ ਗਈ, ਕੰਪਨੀ ਵੀ ਪੈਸਾ ਬਣਾ ਗਈ, ਇੱਕੋ ਚ ਲੂਜ਼ਰ ਆ ਉਹ ਸੀ ਕਲਾਇੰਟ। ਮੈਨੂੰ ਤਾਂ ਸ਼ਮੀਲ ਜੀ ਬੜੇ ਲੋਕ ਮਿਲੇ ਆ ਲਾਸਟ 1-2 ਸਾਲਾਂ 'ਚ ਜਿਨ੍ਹਾਂ ਦੇ ਫੰਡ ਬੜੀ ਤੇਜ਼ੀ ਨਾਲ ਡਾਊਨ ਆਏ ਆ, ਪਰ ਜਦੋਂ ਆਪਾਂ ਇਲਸਟ੍ਰੇਸ਼ਨ ਬਣਾਉਂਦੇ ਆ ਆਪਾਂ 8-9-10% ਦੀ ਉਹਦੀ ਕੰਪਾਊਂਡਿੰਗ ਇੰਕਰੀਜ਼ ਸ਼ੋ ਕਰਦੇ ਆ 25-30 ਸਾਲ। ਉਹ ਜਿਹੜੀ ਆ ਉਹ ਇੱਕ ਗਲਤ ਇਨਫੋਰਮੇਸ਼ਨ ਆ। ਉਹਨਾਂ ਨੇ ਸਾਨੂੰ ਡੇ 1 ਹੀ ਕਹਿਤਾ ਸੀ ਇਹ ਪਲਾਨ ਕਮਿਊਨਿਟੀ ਲਈ ਜਾਂ ਕਲਾਇੰਟਸ ਲਈ ਠੀਕ ਨਹੀਂ ਹੈਗਾ, ਕਿਉਂਕਿ ਉਹਦੇ 'ਚ ਅਪ ਫਰੰਟ ਕਮਿਸ਼ਨ ਮਿਲਦਾ ਸੀ ਏਜੰਟ ਨੂੰ। ਅਪ ਫਰੰਟ ਕਮਿਸ਼ਨ ਦੇ ਚੱਕਰ 'ਚ ਏਜੰਟਾਂ ਨੇ ਉਹ ਪਲਾਨ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਬਟ ਉਹ ਪਲਾਨ ਏਜੰਟ ਲਈ ਵਧੀਆ ਸੀ ਬਟ ਉਹ ਕਲਾਇੰਟ ਲਈ ਅੱਛਾ ਪਲਾਨ ਨਹੀਂ ਸੀ। ਅਸੀਂ ਜੋ ਇੰਸ਼ੋਰੈਂਸ ਦੇ ਅਲੱਗ-ਅਲੱਗ ਜੋ ਪ੍ਰੋਡਕਟਸ ਅਸੀਂ ਲੈਂਦੇ ਹਾਂ ਅਤੇ ਉਹਨਾਂ ਨੂੰ ਲੈਣ ਤੋਂ ਪਹਿਲਾਂ ਜਿਹੜਾ ਐਡਵਾਈਜ਼ਰ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਐਜੂਕੇਟ ਕਰੇ ਕਲਾਇੰਟ ਨੂੰ। ਉੱਥੇ ਕਲਾਇੰਟ ਦੀ ਅਤੇ ਕਸਟਮਰ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਵੀ ਆਪਣੇ ਆਪ ਨੂੰ ਐਜੂਕੇਟ ਕਰੇ। ਸੋ ਇਸ ਮਕਸਦ ਲਈ ਅਸੀਂ ਅਕਸਰ ਬਹੁਤ ਵਾਰ ਅਲੱਗ-ਅਲੱਗ ਜਿਹੜੇ ਪ੍ਰੋਡਕਟਸ ਨੇ ਉਹਨਾਂ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ, ਤਾਂ ਕਿ ਜਿਹੜੀਆਂ ਚੀਜ਼ਾਂ ਅਸੀਂ ਲੈਂਦੇ ਹਾਂ ਉਹਨਾਂ ਬਾਰੇ ਸਾਨੂੰ ਪਤਾ ਹੋਏ ਕਿ ਸਾਡੀ ਸਿਚੁਏਸ਼ਨ ਮੁਤਾਬਕ, ਕਿਉਂਕਿ ਹੋ ਸਕਦਾ ਕੋਈ ਜਿਹੜਾ ਐਡਵਾਈਜ਼ਰ ਹੈ ਉਹ ਖੁਦ ਜ਼ਿਆਦਾ ਟਾਈਮ ਨਾ ਹੋਣ ਕਰਕੇ ਜਾਂ ਖੁਦ ਨੂੰ ਨੌਲੇਜ ਨਾ ਹੋਣ ਕਰਕੇ ਪੂਰੀ, ਜਾਂ ਇਹ ਵੀ ਹੋ ਸਕਦਾ ਕਿ ਉਹਦੇ ਕੋਲ ਉਹਦਾ ਆਪਣਾ ਕੋਈ ਵੈਸਟਡ ਇੰਟਰਸਟ ਵੀ ਹੋਏ, ਤੁਹਾਨੂੰ ਪੂਰੀ ਇਨਫੋਰਮੇਸ਼ਨ ਨਾ ਦੇ ਪਾਏ। ਸੋ ਆਪਣੀ ਸਿਚੁਏਸ਼ਨ ਨੂੰ ਹਰ ਜਿਹੜਾ ਕਸਟਮਰ ਹੈ ਜਿੰਨਾ ਵਧੀਆ ਤਰੀਕੇ ਨਾਲ ਖੁਦ ਸਮਝ ਸਕਦਾ ਓਨਾ ਸ਼ਾਇਦ ਕੋਈ ਹੋਰ ਨਹੀਂ ਸਮਝ ਸਕਦਾ। ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਅਕਸਰ ਗੱਲਬਾਤ ਕਰਦੇ ਰਹਿੰਦੇ। ਅਤੇ ਅੱਜ ਅਸੀਂ ਜੋ ਇੰਸ਼ੋਰੈਂਸ ਦੇ ਕੁਛ ਪ੍ਰੋਡਕਟਸ ਨੇ, ਖਾਸ ਕਰਕੇ ਜਿਹੜੀਆਂ ਇਹਦੇ ਬਾਰੇ ਮੈਨੂੰ ਕਈ ਵਾਰ ਸਵਾਲ ਵੀ ਆਇਆ ਕਿ ਜਿਹੜੀਆਂ ਇਹ ਬਾਏਬੈਕ ਪੋਲਿਸੀਜ਼ ਨੇ ਇਹਨਾਂ ਬਾਰੇ ਗੱਲਬਾਤ ਕੀਤੀ ਜਾਏ। ਸੋ ਇਸ ਕਿਸਮ ਦੀ ਅੱਜ ਅਸੀਂ ਗੱਲਬਾਤ ਕਰਾਂਗੇ। ਅਤੇ ਗੱਲਬਾਤ ਦੇ ਵਿੱਚ ਸਾਡੇ ਨਾਲ ਸੁਦੀਪ ਸਿੰਗਲਾ ਨੇ, ਜਿਹੜੇ ਕਿ ਕਾਫੀ ਦੇਰ ਤੋਂ ਕਮਿਊਨਿਟੀ 'ਚ ਐਕਟਿਵ ਨੇ ਅਤੇ ਇਸ ਪ੍ਰੋਫੈਸ਼ਨ ਨਾਲ ਵੀ ਕਾਫੀ ਸਮੇਂ ਤੋਂ ਜੁੜੇ ਨੇ। ਸੋ ਸਾਡੇ ਨਾਲ ਸਟੂਡੀਓ 'ਚ ਨੇ। ਸੁਦੀਪ ਜੀ, ਕੀ ਹਾਲ ਚਾਲ ਨੇ ਤੁਹਾਡੇ? ਗੁੱਡ ਮਾਰਨਿੰਗ ਸ਼ਮੀਲ ਜੀ, ਸਾਰੇ ਸਰੋਤਿਆਂ ਨੂੰ ਬਹੁਤ ਨਿੱਘੀ ਪਿਆਰ ਭਰੀ ਗੁੱਡ ਮਾਰਨਿੰਗ, ਨਮਸਤੇ, ਸਤਿ ਸ਼੍ਰੀ ਅਕਾਲ। ਅਤੇ ਬਹੁਤ ਸਾਰੇ ਜਿਹੜੇ ਕੋਈ ਵੀ ਚੀਜ਼ ਹੈ ਅਸਲ 'ਚ ਮਾਰਕੀਟ 'ਚ ਅਸੀਂ ਲੈਂਦੇ ਹਾਂ ਅੱਜ ਕੱਲ੍ਹ ਦੇ ਯੁੱਗ 'ਚ, ਜਦੋਂ ਇੱਕ ਕਿਸਮ ਦਾ ਇਹ ਪੂਰਾ ਮਾਰਕੀਟ ਦੀ ਜ਼ਿੰਦਗੀ ਹੀ ਮਾਰਕੀਟ ਹੈ ਜੀ। ਸੋ ਉਹਦੇ 'ਚ ਸਾਡਾ ਅਵੇਅਰ ਹੋਣਾ, ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਅਸੀਂ ਸਿਰਫ ਉਹਨਾਂ ਕੁਛ ਪ੍ਰੋਡਕਟਸ 'ਤੇ ਫੋਕਸ ਕਰਨਾ ਚਾਹੁੰਦੇ ਹਾਂ ਜਿਹਦੇ 'ਚ ਇਹ ਦੱਸਿਆ ਜਾਂਦਾ ਕਿ ਇਹ ਇੰਸ਼ੋਰੈਂਸ ਦੇ ਨਾਲ ਤੁਸੀਂ ਪੈਸਾ ਸੇਵ ਕਰ ਰਹੇ ਹੋ ਅਤੇ ਬਾਅਦ ਵਿੱਚ ਤੁਹਾਡਾ ਅੱਛਾ ਖਾਸਾ ਪੈਸਾ ਜਮ੍ਹਾਂ ਹੋ ਜਾਣਾ, ਅਤੇ ਇੰਸ਼ੋਰੈਂਸ 'ਤੇ ਤੁਹਾਨੂੰ ਫਰੀ ਮਿਲ ਗਈ, ਅਸਲ 'ਚ ਤਾਂ ਤੁਸੀਂ ਸੇਵਿੰਗ ਕਰ ਰਹੇ ਹੋ ਜੀ। ਸੋ ਇਹਦੇ ਬਾਰੇ ਮੇਰੇ ਕੋਲ ਅਕਸਰ ਕਈ ਵਾਰ ਸਵਾਲ ਆਉਂਦਾ ਕਿ ਇਹ ਜਿਹੜੇ ਪਲਾਨ ਨੇ ਇਹ ਕਿੰਨੇ ਕੁ ਇਫੈਕਟਿਵ ਹੋ ਸਕਦੇ, ਕਿਹਨਾਂ ਨੂੰ ਇਹ ਚੰਗੇ ਹੋ ਸਕਦੇ, ਕਿਹਨਾਂ ਲਈ ਚੰਗੇ ਨਹੀਂ। ਸ਼ਮੀਲ ਜੀ, ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਇਹ ਟੌਪਿਕ ਬੜਾ ਵਧੀਆ ਚੂਜ਼ ਕੀਤਾ, ਕਿਉਂਕਿ ਜਦੋਂ ਆਪਣੀ ਗੱਲ ਹੋ ਰਹੀ ਸੀ ਵੀ 4-5 ਟੌਪਿਕਸ ਹੈਗੇ ਆ ਕਿਤੇ ਆਪਾਂ ਗੱਲ ਕਰੀਏ, ਤਾਂ ਤੁਸੀਂ ਬਹੁਤ ਇੱਕ ਚੁਣਿੰਦਾ ਟੌਪਿਕ ਚੂਜ਼ ਕੀਤਾ ਜਿਹੜਾ ਆਈ ਥਿੰਕ ਕਮਿਊਨਿਟੀ ਨੂੰ ਅਵੇਅਰ ਹੋਣ ਦੀ ਬਹੁਤ ਲੋੜ ਆ। ਜਿਹੜਾ ਮਨੀ ਬੈਕ ਇੰਸ਼ੋਰੈਂਸ ਆ, ਸੁਣਨ ਨੂੰ ਦੇਖੋ ਬੜਾ ਇਹ ਲੂਕਰੇਟਿਵ ਲੱਗਦਾ ਆ, ਸੁਣਨ 'ਚ ਬੜਾ ਵਧੀਆ ਲੱਗਦਾ ਮਨੀ ਬੈਕ ਆ, ਬਟ ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਐਜ਼ ਦਾ ਵਰਡ ਇਟ ਸੈਲਫ ਸਜੈਸਟਸ ਇੰਸ਼ੋਰੈਂਸ ਆ। ਆਪਾਂ ਕਾਰ ਦੀ ਇੰਸ਼ੋਰੈਂਸ ਵੀ ਲੈਂਦੇ ਹਾਂ, ਘਰ ਦੀ ਇੰਸ਼ੋਰੈਂਸ ਵੀ ਲੈਂਦੇ ਹਾਂ, ਟਰੈਵਲ ਇੰਸ਼ੋਰੈਂਸ ਵੀ ਲੈਂਦੇ ਹਾਂ, ਫੋਨ ਦੀ ਵੀ ਕਈ ਲੋਕ ਇੰਸ਼ੋਰੈਂਸ ਲੈ ਲੈਂਦੇ ਆ, ਕਿਉਂਕਿ ਫੋਨ $1500-1600 ਦਾ ਅੱਜ ਕੱਲ੍ਹ ਆਉਂਦਾ ਨਵਾਂ ਫੋਨ। ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉਹਦੇ 'ਚੋਂ ਆਪਾਂ ਮਨੀ ਬੈਕ ਕਰਦੇ ਹਾਂ ਕਿ ਇਹਨੂੰ ਸੇਵਿੰਗ ਹੋਏਗੀ। ਪ੍ਰੋਡਕਟ ਗਲਤ ਨਹੀਂ ਆ, ਸੇਵਿੰਗ ਹੋ ਸਕਦੀ ਆ, ਬਟ ਕਈ ਵਾਰੀ ਕੀ ਹੁੰਦਾ ਕਿ ਉਹ ਜਿਹੜਾ ਪ੍ਰੋਡਕਟ ਆ ਹਰ ਕੈਟਾਗਰੀ ਆਫ ਕਮਿਊਨਿਟੀ ਦੇ ਲੋਕਾਂ ਲਈ ਉਹ ਬਿਲਕੁਲ ਢੁਕਵਾਂ ਸਾਬਿਤ ਨਹੀਂ ਹੁੰਦਾ ਹੈਗਾ। ਜਿੱਦਾਂ ਮੰਨ ਲਓ ਕੋਈ ਬੰਦਾ ਨਵਾਂ ਆਇਆ ਕੈਨੇਡਾ 'ਚ, ਉਹ ਤਾਂ ਹਾਲੇ ਵਿਚਾਰਾ ਆਪਣੀ ਛੋਟੀ ਜੌਬਸ ਕਰਕੇ ਆਪਣੇ ਨੂੰ ਖੜਾ ਕਰ ਰਿਹਾ ਆ, ਉਹਨੂੰ ਠੀਕ ਆ ਉੱਤੇ ਕਰਜ਼ਾ ਹੋਏਗਾ, ਮੇ ਬੀ ਉਹਨੂੰ ਇੱਕ ਸਿੰਪਲ ਟਰਮ ਇੰਸ਼ੋਰੈਂਸ ਦੀ ਲੋੜ ਹੈਗੀ ਆ, ਬਟ ਕਿਉਂਕਿ ਕਮਿਊਨਿਟੀ 'ਚ ਲੋਕ ਇਹ ਕੰਮ ਬਹੁਤ ਕਰਦੇ ਆ, ਪ੍ਰੋਫੈਸ਼ਨਲਿਜ਼ਮ ਦੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਥੋੜ੍ਹੀ ਜਿਹੀ ਘਾਟ ਆ। ਇਹ ਪੋਲਿਸੀਜ਼ ਜਿਹੜੀਆਂ ਇੰਟਾਈਜ਼ ਕਰਕੇ, ਬੇਟ ਕਰਕੇ ਜ਼ਿਆਦਾ ਉਹਨੂੰ ਮਤਲਬ ਫਲੈਸ਼ ਕਰਕੇ ਕਿ ਸੇਲ ਆ ਅਤੇ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹੜੀ ਸੇਲ ਕਰਨੀ, ਜਿਹੜਾ ਪ੍ਰੋਡਕਟ ਉਹਨਾਂ ਲਈ ਠੀਕ ਨਹੀਂ ਟੁੱਕ ਰਿਹਾ
ਉਹ ਜਿਹੜਾ ਕਿਸੇ ਹੱਦ ਤੱਕ ਮੇਰੇ ਖਿਆਲ ਹੈ ਕਲਾਇੰਟ ਨੂੰ ਜਿਹੜਾ ਕੰਜ਼ਿਊਮਰ ਆ ਉਹਨੂੰ ਵੀ ਇੱਥੇ ਅਵੇਅਰ ਹੋਣ ਦੀ ਬਹੁਤ ਲੋੜ ਆ ਕਿ ਜਿਹੜਾ ਮਨੀ ਬੈਕ ਪ੍ਰੋਡਕਟ ਦੀ ਆਪਾਂ ਇਲਸਟ੍ਰੇਸ਼ਨ ਦਿਖਾ ਰਹੇ ਹਾਂ ਉਹਦੀਆਂ ਅਜ਼ੰਪਸ਼ਨਸ ਕੀ ਆ, ਉਹ ਕਿਸ ਬੇਸ ਤੇ ਤੁਸੀਂ ਉਹਦੀ ਗਰੋਥ ਦਿਖਾ ਰਹੇ ਆ, ਕਿ ਉਹ ਗਰੋਥ ਵਾਕਈ ਆਏਗੀ। ਮੈਨੂੰ ਤਾਂ ਸ਼ਮੀਲ ਜੀ ਬੜੇ ਲੋਕ ਮਿਲੇ ਆ ਲਾਸਟ 1-2 ਸਾਲਾਂ 'ਚ ਜਿਨ੍ਹਾਂ ਦੇ ਫੰਡ ਬੜੀ ਤੇਜ਼ੀ ਨਾਲ ਡਾਊਨ ਆਏ ਆ, ਪਰ ਜਦੋਂ ਆਪਾਂ ਇਲਸਟ੍ਰੇਸ਼ਨ ਬਣਾਉਂਦੇ ਆ ਆਪਾਂ 8-9-10% ਦੀ ਉਹਦੀ ਕੰਪਾਊਂਡਿੰਗ ਇੰਕਰੀਜ਼ ਸ਼ੋ ਕਰਦੇ ਆ 25-30 ਸਾਲ। ਉਹ ਜਿਹੜੀ ਆ ਉਹ ਇੱਕ ਗਲਤ ਇਨਫੋਰਮੇਸ਼ਨ ਆ। ਮੈਂ ਇੱਥੇ ਕਮਿਊਨਿਟੀ ਨੂੰ ਇਹ ਕਹਿਣਾ ਚਾਹੁੰਦਾ, ਜਿਹੜੇ ਕਲਾਇੰਟਸ ਆ, ਕਿ ਤੁਸੀਂ ਇਹ ਜਿਹੜੇ ਰਾਈਟ ਸਵਾਲ ਆ ਨਾ, ਜਦੋਂ ਤੁਹਾਨੂੰ ਕੋਈ ਅਪਰੋਚ ਕਰਦੇ ਉਹਨੂੰ ਪੁੱਛੋ ਕਿ ਇਹਦੀ ਇਲਸਟ੍ਰੇਸ਼ਨ ਕੀ ਹੈ, ਇਹਦੀਆਂ ਅਜ਼ੰਪਸ਼ਨਸ ਕੀ ਆ, ਇਹ ਵਾਕਈ ਇੱਕ ਸੇਵਿੰਗ ਪਲਾਨ ਆ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਫੈਮਿਲੀ ਮਾਰਕੀਟ ਵਿੱਚ ਸ਼ਮੀਲ ਜੀ ਓਨੈਸਟਲੀ ਸਪੀਕਿੰਗ ਜੇ ਆਪਾਂ 10-15 ਬੰਦਿਆਂ ਨੂੰ ਰੈਂਡਮ ਪੁੱਛ ਲਈਏ ਕਿ ਮੈਂ ਤੈਨੂੰ $1000 ਮਹੀਨੇ ਦਾ ਵੱਧ ਦੇ ਰਿਹਾ, ਵਟ ਯੂ ਲਾਈਕ ਟੂ ਡੂ, ਮੈਨੂੰ ਲੱਗਦਾ 5-6 ਲੋਕ ਕਹਿਣਗੇ ਕਿ ਮੈਂ ਰੀਅਲ ਸਟੇਟ ਬਾਏ ਕਰਾਂਗਾ, 2 ਕਹਿਣਗੇ ਮੈਂ ਸਟਾਕਸ ਬਾਏ ਕਰਾਂਗਾ, 2 ਸ਼ਾਇਦ ਲੈਂਡਿੰਗ ਕਹਿਣਗੇ। ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਇਹ ਕਹੇਗਾ ਕਿ ਮੈਂ ਲਾਈਫ ਇੰਸ਼ੋਰੈਂਸ ਪੈਸੇ ਪਾਵਾਂਗਾ ਕਿ ਮੈਂ ਸੇਵਿੰਗ ਕਰ ਰਿਹਾ ਹਾਂ। ਇੰਸ਼ੋਰੈਂਸ ਦਾ ਜਿਹੜਾ ਪ੍ਰਾਇਮਰੀ ਉਹਦਾ ਫੋਕਸ ਆ ਉਹ ਇੰਸ਼ੋਰੈਂਸ ਆ। ਨਹੀਂ, ਉਹਨਾਂ ਦਾ ਵੈਸੇ ਆਰਗੂਮੈਂਟ ਤੇ ਹੁੰਦੀ ਹੈ ਨਾ ਉਹ 'ਚ ਕਿ ਤੁਸੀਂ ਇਸ ਪਲਾਨ ਨੂੰ ਜੁਆਇਨ ਕਰ ਲਓ ਜਿਹਦੇ 'ਚ ਤੁਸੀਂ ਆਪਣਾ ਪੈਸਾ ਸੇਵ ਕਰ ਰਹੇ ਹੋ ਜੀ, ਤੇ ਜਿਹੜੀ ਇੰਸ਼ੋਰੈਂਸ ਹੈ ਉਹ ਤਾਂ ਤੁਹਾਨੂੰ ਇੱਕ ਕਿਸਮ ਦਾ ਜਿਵੇਂ ਆਪਣਾ ਆਮ ਪੰਜਾਬੀ 'ਚ ਆਪਾਂ ਕਹਿੰਦੇ ਨਾ ਵੀ ਰੂੰਗੇ ਦੇ ਤੌਰ ਤੇ ਦਿੱਤੀ ਜਾ ਰਹੀ ਹੈ। ਹਾਂਜੀ ਹੈ ਨਾ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਉਹਦੇ ਲਈ ਤੁਸੀਂ ਪੇ ਨਹੀਂ ਕਰ ਰਹੇ ਜੀ, ਤੁਸੀਂ ਪੈਸਾ ਆਪਣਾ ਸੇਵ ਕਰ ਰਹੇ ਹੋ, ਇੰਸ਼ੋਰੈਂਸ ਤੇ ਤੁਹਾਨੂੰ ਨਾਲ ਮਿਲ ਜਾਣੀ। ਹਾਂਜੀ, ਪਰ ਦੇਖੋ ਜਿਹੜੇ ਪਲਾਨਸ ਹੈਗੇ ਨਾ, ਜਿਹੜੇ ਕਾਰਪੋਰੇਟ ਕਲਾਇੰਟਸ ਆ, ਜਿਹੜੇ ਹਾਈ ਨੈਟਵਰਥ ਕਲਾਇੰਟਸ ਜਿਨ੍ਹਾਂ ਦੀ ਇਨਕਮ ਕੁਝ 500,000 4-5 ਲੱਖ ਆ, ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਕਿ ਇੰਟਰਸਟਡ ਵੱਧ ਰਹੇ ਆ, ਦੇ ਆਰ ਓਕੇ ਟੂ ਡੂ। ਮੈਂ ਮਨਾ ਨਹੀਂ ਕਰ ਰਿਹਾ, ਪਲਾਨਸ ਉਹ ਬਹੁਤ ਵਧੀਆ ਆ, ਬਟ ਗਵਰਨਮੈਂਟ ਆਫ ਕੈਨੇਡਾ ਨੇ ਫੈਮਿਲੀ ਮਾਰਕੀਟ ਲਈ ਸੇਵਿੰਗ ਜਿਹੜੇ ਪ੍ਰੋਡਕਟਸ ਆ ਉਹ RRSP ਬਣਾਏ ਆ, TSFA ਬਣਾਈ ਆ। ਤੁਸੀਂ RRSP ਤੇ TSFA 'ਚ ਤਾਂ ਪੈਸੇ ਪਾ ਨਹੀਂ ਰਹੇ। ਮੈਂ ਹੋ ਸਕਦਾ ਕਿ ਏਜੰਟ ਨੂੰ ਜਿੱਦਾਂ ਅਸੀਂ ਉਸ ਬਿਲੋਂਗ ਕਰਦੇ ਹਾਂ ਪ੍ਰੋਫੈਸ਼ਨ 'ਚ, ਉਹਨਾਂ 'ਚ ਕੰਪਨਸੇਸ਼ਨ ਬੜੀ ਘੱਟ ਆ, ਉਹਨਾਂ ਨੂੰ ਪ੍ਰਮੋਟ ਹੀ ਨਹੀਂ ਕੀਤਾ ਜਾਂਦਾ। ਐਕਚੁਅਲੀ ਉਹ ਪ੍ਰੋਡਕਟ ਜਿਹੜੇ ਕਲਾਇੰਟ ਲਈ ਅੱਛੇ ਆ, ਟੂ ਬੀ ਓਨੈਸਟ, ਕਿਉਂਕਿ ਇੰਸ਼ੋਰੈਂਸ ਵਿੱਚ ਤੁਹਾਨੂੰ ਇੱਕ ਕੰਪਨਸੇਸ਼ਨ ਨਜ਼ਰ ਆ ਰਹੀ ਹੈ, ਪਰ ਤੁਸੀਂ ਕਮਿਊਨਿਟੀ ਜਿਹੜੀ ਆ। ਓਕੇ, ਸੋ ਚਲੋ ਮੈਂ ਇਸ ਪਾਸੇ ਸ਼ੁਰੂ ਕਰਦਾ। ਹਾਂਜੀ, ਜਿਹੜੇ ਦੂਸਰੇ ਸੇਵਿੰਗ ਦੇ ਜਿਹੜੇ ਪਲਾਨ ਨੇ, ਕਿਸੇ ਸਿਚੁਏਸ਼ਨ 'ਚ RRSP ਚੰਗੀ ਹੋ ਸਕਦਾ, ਕਈਆਂ ਲਈ RRSP ਚੰਗੀ ਨਾ ਹੋਏ ਜੀ, ਜਿਨ੍ਹਾਂ ਦੀ ਜਿਹੜੀ ਹਮੇਸ਼ਾ ਇਨਕਮ ਅੱਛੀ ਰਹਿਣੀ ਹੈ, ਜਿਨ੍ਹਾਂ ਨੇ ਕਦੇ ਲੋਅਰ ਬ੍ਰੈਕਟ 'ਚ ਜਾਣਾ ਨਹੀਂ, ਬਟ ਆਫਟਰ ਰਿਟਾਇਰਮੈਂਟ ਦੇ ਕੈਨ ਸਟਿਲ ਵਿਡਰਾਅ ਦਾ ਮਨੀ ਵੈਨ ਦੇ, ਮਤਲਬ ਜਿਵੇਂ ਕਿਹਾ ਜਾਂਦਾ ਨਾ ਕਿ ਸ਼ਾਇਦ ਉਹਨਾਂ ਲਈ ਵੀ ਉਹ ਵੀ ਸਾਰਿਆਂ ਲਈ ਅੱਛਾ ਨਹੀਂ ਹੈ ਜੀ। ਸੋ ਜਿਹੜਾ ਹੈਗਾ ਨਾ, ਜਿਹੜਾ ਏਜੰਟ ਹੈ ਜਾਂ ਐਡਵਾਈਜ਼ਰ ਹੈ, ਉਹਦਾ ਜਿਹੜਾ ਕਮਿਸ਼ਨ ਹੈ ਹਾਂਜੀ, ਉਹਨਾਂ ਦੇ ਮੁਕਾਬਲੇ ਇਹ ਜਿਹੜੇ ਮਨੀ ਬੈਕ ਪਲਾਨ ਕਿਹਾ ਜਾਂਦਾ ਉਹਨਾਂ 'ਚ ਜ਼ਿਆਦਾ ਐਬਸੋਲੂਟਲੀ ਜ਼ਿਆਦਾ ਆ। ਮੈਂ ਥੋੜ੍ਹਾ ਜਿਹਾ ਇੱਥੇ 1-2 ਚੀਜ਼ਾਂ ਆਪਣੇ ਸਾਰੇ ਰੈਡ ਐਫ ਦੇ ਬਹੁਤ ਸੂਝਵਾਨ ਸਾਰੇ ਹੈਗੇ ਸਰੋਤੇ, ਮੈਂ ਦੱਸਣਾ ਚਾਹੁੰਦਾ ਕਿ ਜਦੋਂ ਕੋਈ ਪਾਲਿਸੀ ਆਪਾਂ ਵੱਡੀ ਲੈਂਦੇ ਹਾਂ ਜਾਂ ਜਿਹਦਾ ਪ੍ਰੀਮੀਅਮ ਜ਼ਿਆਦਾ ਆ, ਟੂ ਬੀ ਓਨੈਸਟ, ਉਹਦੇ 'ਚ ਜਦੋਂ ਪਾਲਿਸੀ ਦਾ ਕਿਸੇ ਕਲਾਇੰਟ ਦਾ ਕੋਈ ਰੇਨੀ ਡੇ ਆ ਜਾਂਦਾ ਆ, ਜਾਂ ਫੋਰ ਐਗਜ਼ਾਮਪਲ ਸਾਡੇ ਕੋਲ ਬਹੁਤ ਇੱਕ ਤਾਜ਼ਾ ਐਗਜ਼ਾਮਪਲ ਆ, ਕੋਵਿਡ ਟਾਈਮਸ ਆਏ, ਲੋਕਾਂ ਦੀ ਇਨਕਮ ਘੱਟ ਗਈ, ਲੋਟ ਆਫ ਪੀਪਲ ਹੈਡ ਟੂ ਕੈਂਸਲ ਦੈਟ ਮਨੀ ਬੈਕ ਪਾਲਿਸੀਜ਼। ਹੁਣ ਮੈਂ ਤੁਹਾਨੂੰ ਇੱਕ ਫੈਕਟ ਦੱਸਦਾ, ਜਦੋਂ ਇੱਕ ਪਾਲਿਸੀ ਮਨੀ ਬੈਕ ਕੈਂਸਲ ਹੁੰਦੀ ਆ, ਏਜੰਟ ਵੀ ਪੈਸਾ ਬਣਾ ਗਿਆ, ਬ੍ਰੋਕਰੇਜ ਵੀ ਪੈਸਾ ਬਣਾ ਗਈ, ਕੰਪਨੀ ਵੀ ਪੈਸਾ ਬਣਾ ਗਈ, ਇੱਕੋ 'ਚ ਲੂਜ਼ਰ ਆ ਉਹ ਸੀ ਕਲਾਇੰਟ। ਓਕੇ, ਕਿਉਂਕਿ ਕਲਾਇੰਟ ਨੇ ਜਿਹੜਾ ਪੈਸਾ ਦਿੱਤਾ ਉਹਦੀ ਡੈਥ ਨਹੀਂ ਹੋਈ, ਉਹਨੂੰ ਕੁਝ ਨਹੀਂ ਹੋਇਆ, ਕਿਉਂਕਿ ਮਨੀ ਬੈਕ ਵਾਸ ਸਪੋਜ਼ਡ ਟੂ ਬੀ ਯੂਜ਼ਡ ਵੈਨ ਦਾ ਕਲਾਇੰਟ ਇਜ਼ 65 ਔਰ ਮੇਬੀ ਆਫਟਰ 20-30 years। ਉਹ ਜਿਹੜਾ ਨੇ ਪੈਸਾ $500-600 ਪਰ ਮੰਥ ਦਿੱਤਾ, ਸਾਲ 2 ਸਾਲ, ਉਹ ਵੇਸਟ ਹੋ ਗਿਆ ਜੀ। ਅੱਛਾ, ਜੇ ਮਤਲਬ ਤੁਸੀਂ ਉਹਦੀ ਜਿਹੜੀ ਮੈਚੁਰਿਟੀ ਤੋਂ ਪਹਿਲਾਂ ਉਹਨੂੰ ਬੰਦ ਕਰਦੇ ਹੋ, ਤੁਹਾਡਾ ਸਾਰਾ ਪੈਸਾ ਡੁੱਬ ਜਾਂਦਾ। ਬਿਲਕੁਲ, ਉਹ ਕਿਉਂਕਿ ਉਹਦੀ ਕੈਸ਼ ਵੈਲਿਊ ਜਿਹੜੀ ਆ ਬਹੁਤ ਥੋੜੀ ਹੁੰਦੀ ਹੈ, ਮੇਬੀ ਜਿੰਨੀ ਕੁ ਬਣੀ ਹੋਊਗੀ ਕੱਢ ਲੇਗਾ, ਬਟ ਉਹ ਪਲਾਨ ਜਿਹੜਾ ਆ ਉਹ ਬਹੁਤ ਲੰਬੇ ਸਮੇਂ ਨਾਲ ਡਿਸਿਪਲਿਨ ਨਾਲ ਚਲਾਇਆ ਗਿਆ ਹੋਵੇ, ਦੈਨ ਇਟ ਮੇਕਸ ਸਮ ਸੈਂਸ। ਬਟ ਉਹ ਡਿਸਿਪਲਿਨ ਕਿੰਨੇ ਲੋਕ ਪੂਰੇ ਕਰਦੇ ਆ ਜੀ? ਮਨੀ ਬੈਕ ਪਾਲਿਸੀਜ਼ ਕੈਂਸਲੇਸ਼ਨ ਬਹੁਤ ਹੁੰਦੀਆਂ ਆ, ਕਿਉਂਕਿ ਕਿਸੇ ਬੰਦੇ ਨੂੰ ਤੁਸੀਂ ਕਹੋ ਕਿ $400-500 ਕੱਢਣਾ। ਕੰਪਨੀਆਂ ਨੂੰ ਵੀ ਵੇਚਦੇ ਦੇਖਿਆ ਜਿਹੜੀਆਂ ਕਹਿੰਦੀਆਂ ਨੇ ਜੀ ਅਸੀਂ ਤੇ ਜਿਹੜੀ ਫਾਈਨੈਂਸ਼ੀਅਲ ਮਾਮਲੇ 'ਚ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ, ਜਿਹੜੀਆਂ ਇਹ ਨੈਟਵਰਕਿੰਗ ਕੰਪਨੀਜ਼ ਨੇ ਨਾ, ਜਿਹੜੀਆਂ ਇਹ ਮਤਲਬ ਬਿਲਕੁਲ ਉਹਨਾਂ 'ਚ ਵੀ ਇਹ ਵੇਚਿਆ ਜਾਂਦਾ। ਦੇਖੋ ਮੈਂ ਸ਼ਮੀਲ ਜੀ, ਜਿਹੜਾ ਅੱਜ ਮੇਰਾ ਇੱਥੇ ਆਉਣ ਦਾ ਮਕਸਦ ਆ ਸਿਰਫ ਇੰਨਾ ਹੀ ਹੈ ਕਿ ਮੈਂ ਕਮਿਊਨਿਟੀ ਨੂੰ ਅਵੇਅਰ ਕਰਨਾ ਚਾਹੁੰਦਾ। ਤੁਸੀਂ ਕਿਸੇ ਕੋ ਪ੍ਰੈਸ਼ਰਾਈਜ਼ ਨਾ ਹੋ, ਇਹ ਨਾ ਦੇਖੋ ਕਿ ਮੇਰੇ ਪਿੰਡ ਤੋਂ ਆਇਆ ਜਾਂ ਮੇਰੀ ਮਾਸੀ ਦਾ ਮੁੰਡਾ ਆ ਜਾਂ ਮੈਨੂੰ ਅੱਗੇ ਜਾ ਕੇ ਕੋਈ ਫਾਇਦਾ ਕਰੇਗਾ। ਤੁਹਾਡਾ ਇੱਕ ਡਾਲਰ ਬਹੁਤ ਹਾਰਡ ਅਰਨਡ ਮਨੀ ਆ, ਤੁਸੀਂ ਉਹਨਾਂ ਕੋਲੋਂ ਸਵਾਲ ਪੁੱਛੋ। ਜਿੱਦਾਂ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਕਿ ਜਿਹੜੀ ਲੋਕ ਆ ਡੈਮੋਕ੍ਰੇਸੀ 'ਚ, ਉਹ ਲੀਡਰਾਂ ਤੋਂ ਸਵਾਲ ਪੁੱਛਣ। ਆਪਾਂ ਬਹੁਤ ਅਕਸਰ ਗੱਲ ਕਰਦੇ, ਤੁਸੀਂ ਬੜੀ ਵਾਰ ਗੱਲ ਕਰਦੇ ਆ। ਇੱਥੇ ਜੇ ਤੁਹਾਡੇ ਬੂਹੇ ਤੇ ਤੁਹਾਨੂੰ ਕੋਈ ਚੀਜ਼ ਵੇਚਣ ਆਇਆ ਆ, ਜੀ ਆਇਆਂ ਨੂੰ, ਉਹ ਕੋ ਸਵਾਲ ਪੁੱਛੋ। ਪੋਲੀਟੀਸ਼ੀਅਨ ਨੇ ਤਾਂ ਵੋਟ ਹੀ ਲੈਣੀ ਹੈ। ਬਿਲਕੁਲ, ਇੱਥੇ ਤੁਸੀਂ ਆਪਣੇ ਪੈਸੇ ਦੇ ਰਹੇ ਹੋ ਜਿਹੜੇ ਕਿ ਹਾਰਡ ਐਂਡ ਮਨੀ ਆ, ਜਿਹੜੇ ਪੈਸੇ ਤੁਹਾਡੇ ਘਰ ਦੀ ਮੌਰਗੇਜ, ਤੁਹਾਡੇ ਬੱਚਿਆਂ ਦੀ ਪੜ੍ਹਾਈ ਬਾਰੇ ਯੂਜ਼ ਹੋ ਸਕਦੇ ਆ। ਤੁਸੀਂ ਪ੍ਰੋਡਕਟ ਬਾਰੇ ਜਾਣਕਾਰੀ ਲਓ ਕਿ ਇਹਦੀ ਅਜ਼ੰਪਸ਼ਨਸ ਕੀ ਆ,
ਇਹ ਕਿਸ ਆਧਾਰ ਤੇ ਇਹ ਪ੍ਰੋਡਕਟ ਚੱਲ ਰਿਹਾ ਆ, ਕਿੰਨੀ ਦੇਰ ਮੈਨੂੰ ਪੈਸੇ ਦੇਣੇ ਆ। ਅਕਸਰ ਕਿਹਾ ਜਾਂਦਾ ਆ ਕਿ ਇੰਨੀ ਏਜ ਤੇ ਜਾ ਕੇ ਪਾਲਿਸੀ ਦੀ ਵੈਲਿਊ ਇੰਨੀ ਹੋ ਜਾਏਗੀ। ਸ਼ਮੀਲ ਜੀ, ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਪੈਸੇ ਆਪਾਂ ਕਢਾ ਲਵਾਂਗੇ ਨਾ, ਦੇयर इज ਅ ਟੈਕਸ ਇੰਪਲੀਕੇਸ਼ਨ ਵਿਚ ਨੋ ਵਨ ਟਾਕਸ। ਜਿਹੜੀਆਂ ਮਨੀ ਬੈਕ ਪਲਾਨ ਨੇ, ਹਾਂਜੀ, ਇਹਨਾਂ ਦੇ ਜਦੋਂ ਆਪਾਂ ਪੈਸੇ ਕਢਾਵਾਂਗੇ ਕੈਸ਼ ਵੈਲਿਊ, ਦੇयर आर ਟੈਕਸ ਇੰਪਲੀਕੇਸ਼ਨਸ। ਨੋ ਵਨ ਇਜ਼ ਟਾਕਿੰਗ ਅਬਾਊਟ ਦੈਟ। ਮੈਂ ਚਾਹੁੰਦਾ ਕਮਿਊਨਿਟੀ ਕਲਾਇੰਟਸ ਸੇ ਸਵਾਲ ਪੁੱਛਣ ਐਡਵਾਈਜ਼ਰ ਤੋਂ ਕਿ ਉਹਦੇ ਟੈਕਸ ਇੰਪਲੀਕੇਸ਼ਨਸ ਕੀ ਆ। ਜੇ ਤੁਸੀਂ ਪੈਸੇ ਕਢਾ ਲਏ ਕੈਸ਼ ਵੈਲਿਊ, ਤੁਹਾਡੀ ਪਾਲਿਸੀ ਬੰਦ ਹੋ ਗਈ। ਐਂਡ ਸੌਰੀ ਟੂ ਸੇ, ਇੰਸ਼ੋਰੈਂਸ ਦਾ ਮਤਲਬ ਸੀਗਾ ਇੰਸ਼ੋਰ ਕਰਨਾ ਫੈਮਿਲੀ ਨੂੰ। ਜੇ ਤੁਸੀਂ ਪੈਸੇ ਕਢਾ ਲਏ, ਇੰਸ਼ੋਰੈਂਸ ਤਾਂ ਬੰਦ ਹੋ ਗਈ। ਨਹੀਂ, ਉਹ ਜਦੋਂ ਇਹ ਪ੍ਰੋਡਕਟ ਮੈਚੁਰ ਹੁੰਦੇ ਨੇ, ਹਾਂਜੀ, ਉਦੋਂ ਇਹ ਨਹੀਂ ਹੁੰਦਾ ਕਿ ਤੁਹਾਡੀ ਇੰਸ਼ੋਰੈਂਸ ਫ੍ਰੀ ਹੋ ਜਾਂਦੀ ਹੈ। ਜੇ ਤੁਸੀਂ ਉਹਦੀ ਕੈਸ਼ ਵੈਲਿਊ ਦੀ ਹੁੰਦੀ ਹੈ ਨਾ, ਇੰਟਾਈਸਮੈਂਟ ਕੈਸ਼ ਵੈਲਿਊ ਦੀ ਕਰ ਰਹੇ ਆ ਕਿ ਕੈਸ਼ ਵੈਲਿਊ ਆਪਣੀ ਤੁਸੀਂ ਇੰਨੀ ਲੈ ਸਕਦੇ ਆ। ਜੇ ਤਾਂ ਤੁਸੀਂ ਦਿਖਾਤੀ ਉਹ ਪਈ ਆ ਉੱਥੇ, ਤੁਸੀਂ ਟੱਚ ਨਹੀਂ ਕੀਤੀ, ਦੈਨ ਇਟਸ ਫਾਈਨ। ਬਟ ਜੇ ਤੁਸੀਂ ਉਹ ਕਢਾ ਲਈ ਕੈਸ਼ ਵੈਲਿਊ, ਪਰ ਉਹਦੇ 'ਚ ਇਹ ਵੀ ਕਿਹਾ ਜਾਂਦਾ ਹੈ ਹਾਂਜੀ, ਉਦੋਂ ਤੱਕ ਇਹ ਜਿਹੜਾ ਤੁਹਾਡਾ ਪੈਸਾ ਹੈ ਤੇ ਸੇਵ ਹੋ ਗਿਆ, ਹਾਂਜੀ, ਤੇ ਇੰਸ਼ੋਰੈਂਸ ਤੁਹਾਡੀ ਫ੍ਰੀ ਹੋ ਜਾਣੀ। ਹਾਂਜੀ, ਇਹ ਫਿਰ ਗੱਲਾਂ 'ਚ ਗਿਮਿਕਸ ਆ ਨਾ, ਇਟ ਇਜ਼ ਨਾਟ ਦ ਰਾਈਟ ਸਟੇਟਮੈਂਟ। ਜੇ ਤੁਸੀਂ ਪੈਸੇ ਨੂੰ ਕਢਾ ਲਿਆ ਤਾਂ ਪਾਲਿਸੀ ਵਿਲ ਲੈਪਸ ਆਫ। ਪਾਲਿਸੀ ਕਿਉਂ ਚੱਲੇਗੀ? ਓਕੇ। ਤੇ ਸੁਦੀਪ ਜੀ, ਤੁਸੀਂ ਇਹ ਗੱਲ ਕੀਤੀ ਹੈ ਜਿਹੜੇ ਮਨੀ ਬੈਕ ਪਲਾਨ ਨੇ, ਅਲੱਗ-ਅਲੱਗ ਇਹਨਾਂ ਦੇ ਨਾਮ ਹੋ ਸਕਦੇ ਆ ਅਲੱਗ-ਅਲੱਗ ਕੰਪਨੀ 'ਚ, ਪਰ ਜਨਰਲੀ ਇੱਕ ਮੋਟੀ ਟਰਮ ਇਹਨਾਂ ਵਾਸਤੇ ਹੈ ਕਿ ਮਨੀ ਬੈਕ, ਜਿਹਦੇ 'ਚ ਤੁਸੀਂ ਕਿਹਾ ਜਾਂਦਾ ਕਿ ਤੁਸੀਂ ਅਸਲ 'ਚ ਇੰਸ਼ੋਰੈਂਸ ਨਹੀਂ ਲਈ, ਤੁਸੀਂ ਤਾਂ ਇੱਕ ਕਿਸਮ ਦਾ ਸੇਵਿੰਗ ਪਲਾਨ ਸ਼ੁਰੂ ਕੀਤਾ, ਇੰਸ਼ੋਰੈਂਸ ਦੇ ਨਾਲ ਤੁਹਾਨੂੰ ਫ੍ਰੀ ਮਿਲ ਗਈ। ਬਿਲਕੁਲ। ਤੇ ਪਰ ਤੁਸੀਂ ਕਹਿ ਰਹੇ ਹੋ ਕਿ ਇਹ ਰਿਸਕੀ ਹੋ ਸਕਦੀ ਹੈ ਕਿਉਂਕਿ ਇਹਦੀਆਂ ਕਈ ਐਸੇ ਪੱਖ ਨੇ ਜਿਹੜੇ ਹੋ ਸਕਦਾ ਕਿ ਤੁਹਾਨੂੰ ਨਾ ਪਤਾ ਹੋਏ ਤੇ ਤੁਸੀਂ ਮੁੜ ਕੇ ਪੈਸਾ ਜਿਹੜਾ ਉਹਦੇ ਜਮ੍ਹਾਂ ਕਰਾਇਆ ਉਹ ਲੂਜ਼ ਕਰ ਜਾਓ। ਹਾਂਜੀ ਸ਼ਮੀਲ ਜੀ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਜਿਹੜੇ ਪ੍ਰੋਡਕਟਸ ਆ ਬਿਲਕੁਲ ਠੀਕ ਆ ਜੀ, ਪ੍ਰੋਡਕਟ ਬਣੇ ਆ, ਕੰਪਨੀ ਨੇ ਡਿਜ਼ਾਈਨ ਕੀਤੇ ਆ, ਵੈਰੀ ਫਾਈਨ। ਬਟ ਇਹ ਪ੍ਰੋਡਕਟ ਹਰ ਜਿਹੜਾ ਸੈਕਟਰ ਆਫ ਕਮਿਊਨਿਟੀ ਉਹਦੇ ਲਈ ਠੀਕ ਨਹੀਂ ਹੋ ਸਕਦੇ ਸ਼ਾਇਦ। ਉਹਦੇ ਲਈ ਆਪਾਂ ਨੂੰ ਇਹਦੀ ਕਲੈਰਿਟੀ ਜਿਹੜੀ ਆ ਇੱਕ ਕਲਾਇੰਟ ਨੂੰ ਏਜੰਟ ਤੋਂ ਲੈਣੀ ਬਹੁਤ ਜ਼ਰੂਰੀ ਆ ਕਿ ਇਹ ਕਿਸ ਅਜ਼ੰਪਸ਼ਨਸ ਦੇ ਆਧਾਰ ਤੇ ਆ, ਇਹ ਕਿਸ ਮਤਲਬ ਤੁਸੀਂ ਕਿਹੜੇ ਨੰਬਰਸ ਦੀ ਗਰੋਥ ਸ਼ੋ ਕਰ ਰਹੇ ਆ, ਜਾਂ ਇਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਆ, ਮੈਨੂੰ ਵਾਕਈ ਕਿੰਨੇ ਸਾਲ ਪੈਸੇ ਦੇਣੇ ਪੈਣੇ ਆ, ਜੇ ਉਹ ਕੈਸ਼ ਵੈਲਿਊ ਮੇਰੇ ਲਈ ਅਸੈਸੇਬਲ ਆ ਕਿ ਮੈਂ ਸਾਰੀ ਵੈਲਿਊ ਕਢਾ ਸਕਦਾ ਵਿਦਆਊਟ ਐਨੀ ਟੈਕਸ ਇੰਪਲੀਕੇਸ਼ਨਸ। ਮਤਲਬ ਇਹਦੇ 'ਚ ਇੱਕ ਡਿਸਿਪਲਿਨ ਜਿਹੜਾ ਇੱਕ ਕਲਾਇੰਟ ਲਈ ਬੜਾ ਜ਼ਰੂਰੀ ਹੈ, ਕਿਉਂਕਿ ਉਹਨੂੰ ਇੱਕ ਮੋਟੀ ਰਕਮ ਜਿਹੜੀ ਆ ਉਹ ਹਰ ਮੰਥ ਦੇਣੀ ਪੈਣੀ ਆ। ਮੈਂ ਤੁਹਾਨੂੰ ਤੁਹਾਡੇ ਸਰੋਤਿਆਂ ਲਈ ਇੱਕ ਫੈਕਟ ਸ਼ੇਅਰ ਕਰਨਾ ਚਾਹੁੰਦਾ, ਜੋ ਰਿਪੋਰਟਸ ਆ ਜਾਂ ਜੋ ਡੇਟਾ ਆ ਸਾਡੇ ਕੋਲ, ਉਹਦੇ ਮੁਤਾਬਕ 60 ਤੋਂ 70% ਪਾਲਿਸੀਜ਼ ਮੈਚੁਰ ਨਹੀਂ ਹੁੰਦੀਆਂ। ਅੱਛਾ, ਵਿਚਾਲੇ ਛੱਡ ਦਿੰਦੇ ਤੇ ਉਹ ਪੈਸਾ ਵੀ ਡੁੱਬ ਲਿਆ ਬਿਲਕੁਲ। ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਸੇਲਸ ਹੈਗੀਆਂ, ਇਹ ਕਲਾਇੰਟ ਦੀ ਕਿਤੇ ਨਾ ਕਿਤੇ ਨੀਡ ਨਹੀਂ ਸੀ, ਉਹਨੂੰ ਇੰਟਾਈਸ ਕਰਕੇ, ਉਹਨੂੰ ਬੇਟ ਕਰਕੇ ਫੈਮਿਲੀ ਮਾਰਕੀਟ 'ਚ ਪਲਾਨ ਦਿੱਤੇ ਗਏ ਆ। ਜਿਹੜੇ ਕਾਰਪੋਰੇਟ ਕਲਾਇੰਟਸ ਆ, ਜਿਨ੍ਹਾਂ ਦੀ ਕਾਰਪੋਰੇਸ਼ਨਸ ਰਨ ਹੋ ਰਹੀਆਂ ਆ, ਜਾਂ ਜਿਨ੍ਹਾਂ ਕੋਈ ਹੈਵੀ ਇਨਕਮ ਆ, ਐਬਸੋਲੂਟਲੀ ਫਾਈਨ ਫॉर them, ਕਿਉਂਕਿ ਉਹ ਬੰਦਾ ਤੁਹਾਨੂੰ ਇਹ ਕੰਪਲੇਂਟ ਨਹੀਂ ਕਰੇਗਾ ਕਿ ਮੇਰਾ ਇੰਟਰਸਟ ਰੇਟ 7-8 ਵਾਰੀ ਵੱਧ ਗਿਆ, ਮੇਰੇ ਕੋਲ ਘਰ ਦੀ ਮੌਰਗੇਜ ਦਿੱਤੀ ਜਾ ਰਹੀ। ਉਹ ਗੱਲਾਂ 'ਚ ਸਟੇਬਲ ਆ। ਜਿਹੜੀ ਇੱਕ ਨਵੀਂ ਮਾਰਕੀਟ ਆ, ਨਿਊ ਇਮੀਗ੍ਰੈਂਟ ਫੈਮਿਲੀ, ਜਿਹੜੀ ਫੈਮਿਲੀ ਸੈਟਲ ਹੋ ਰਹੀ ਆ, ਜੇ ਕੋਈ ਇਨਕਮ ਇੱਕ ਲਿਮਿਟ ਵਾਲੀ ਇਨਕਮ ਆ, ਉਹਨਾਂ ਲਈ ਜਿਹੜੇ ਪਲਾਨਸ ਆ, they need to do it very very carefully so that they can do the proper financial planning and investment planning for them. ਜੇ ਤੁਸੀਂ ਸੇਵਿੰਗਸ ਕਰਨੀਆਂ ਆ, ਗਵਰਨਮੈਂਟ ਆਫ ਕੈਨੇਡਾ ਨੇ RRSP, RESP, TSFA ਬਣਾਈ ਆ, ਉਹਨਾਂ 'ਚ ਤੁਹਾਨੂੰ ਇੱਕ ਪਲਾਨ 'ਚ ਬੰਧਨ ਦੀ ਲੋੜ ਨਹੀਂ ਆ। You can start the plan, stop the plan, increase the value of the monthly premium, decrease the value of the monthly premium, and withdraw and deposit as per your flexibility. But ਦੁਖਾਂਤ ਇਹ ਆ ਕਿ they are not highly compensated. So ਜਿਹੜੀ enticement ਆ ਕਲਾਇੰਟਸ ਲਈ, ਉਹ ਮਨੀ ਬੈਕ ਪਲਾਨ ਦੀ ਕੀਤੀ ਜਾ ਰਹੀ ਆ, ਜਿਹੜੀ ਕਿ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਜਿਹੜੇ ਕਲਾਇੰਟਸ ਜਿਹੜੇ ਮੈਨੂੰ ਕਈ ਵਾਰ ਰੀਚ ਆਊਟ ਕਰਦੇ ਆ, ਆਈ ਫੀਲ ਸੌਰੀ ਫॉर them. They were not educated properly. They could have been educated properly to serve them better. ਸਹੀ ਗੱਲ ਹੈ ਤੁਹਾਡੀ। ਤੇ ਪਰ ਗੱਲ ਇਹੀ ਨਹੀਂ ਹੈ, ਮੈਂ ਬਹੁਤ ਕੁਛ ਜਿਹੜੇ ਦੂਜੇ ਨੇ, ਜਿਵੇਂ RESP 'ਚ ਵੀ ਕੁਛ ਇਹੋ ਜਿਹੇ ਹੈਗੇ ਨੇ ਪ੍ਰੋਡਕਟਸ, ਜਿਹੜੇ ਜ਼ਰੂਰੀ ਨਹੀਂ ਕਿ ਹਰ ਕਿਸੇ ਵਾਸਤੇ ਸਹੀ ਹੋਣ, ਬਾਅਦ 'ਚ ਪਤਾ ਲੱਗਦਾ ਕਿ ਇਹ ਤੇ ਮੇਰੇ ਵਾਸਤੇ ਠੀਕ ਹੀ ਨਹੀਂ ਸੀ। ਬਿਲਕੁਲ ਸ਼ਮੀਲ ਜੀ, ਤੁਸੀਂ ਬੜੇ ਮੈਨੂੰ ਲੱਗਦਾ ਐਜੂਕੇਟਡ ਆ, ਜਾਂ ਤੁਸੀਂ ਆਪਣੇ ਫੈਮਿਲੀ 'ਚ ਉਹ ਪਲਾਨ ਦੇਖੇ ਹੋਣਗੇ। ਇੱਕ ਪਲਾਨ ਆ, ਮੈਂ ਉਹਦਾ ਨਾਂ ਨਹੀਂ ਲਵਾਂਗਾ, ਉਹ ਪਲਾਨ ਬਹੁਤ ਜ਼ਿਆਦਾ ਖਾਸ ਕਰਕੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ 'ਚ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ, ਅਤੇ ਮੈਨੂੰ ਬੜੇ ਮਾਣ ਦੀ ਗੱਲ ਆ ਕਿ ਮੈਂ ਜ਼ਿੰਦਗੀ 'ਚ ਅੱਜ ਤੱਕ ਕੋਈ ਇੱਕ ਵੀ ਪਲਾਨ ਨਹੀਂ ਵੇਚਿਆ। ਕਿਉਂਕਿ ਜਿਹੜੇ ਸਾਡੇ ਮਤਲਬ ਗੁਰੂ ਆ, ਜਿਨ੍ਹਾਂ ਨੇ ਸਾਨੂੰ ਕੰਮ ਸਿਖਾਇਆ ਆ, ਪੰਕਜ ਜੀ, ਉਹ ਅੱਜ ਆਉਣਾ ਸੀ, ਉਹਨਾਂ ਨੇ ਨਹੀਂ ਆਏ ਇੱਥੇ, ਉਹਨਾਂ ਨੇ ਸਾਨੂੰ ਡੇ ਵਨ ਹੀ ਕਹਿਤਾ ਸੀ ਇਹ ਪਲਾਨ ਕਮਿਊਨਿਟੀ ਲਈ ਜਾਂ ਕਲਾਇੰਟਸ ਲਈ ਠੀਕ ਨਹੀਂ ਹੈਗਾ, ਕਿਉਂਕਿ ਉਹਦੇ 'ਚ ਅਪ ਫਰੰਟ ਕਮਿਸ਼ਨ ਮਿਲਦਾ ਸੀ ਏਜੰਟ ਨੂੰ। ਅਪ ਫਰੰਟ ਕਮਿਸ਼ਨ ਦੇ ਚੱਕਰ 'ਚ ਏਜੰਟਾਂ ਨੇ ਉਹ ਪਲਾਨ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਬਟ ਉਹ ਪਲਾਨ ਏਜੰਟ ਲਈ ਵਧੀਆ ਸੀ, ਬਟ ਉਹ ਕਲਾਇੰਟ ਲਈ ਅੱਛਾ ਪਲਾਨ ਨਹੀਂ ਸੀ। ਅੱਜ ਬਹੁਤ ਜ਼ਿਆਦਾ ਜਦੋਂ ਕੰਪਲੇਂਟਸ ਗਈਆਂ ਪੇਰੈਂਟਸ ਦੀਆਂ ਜਾਂ ਕੰਜ਼ਿਊਮਰ ਮਾਰਕੀਟ ਦੀਆਂ, ਅੱਜ ਰੈਗੂਲੇਟਰਸ ਨੇ ਉਹ ਪਲਾਨ ਬੰਦ ਕਰ ਦਿੱਤਾ। ਦੁਖਾਂਤ ਦੀ ਗੱਲ ਇਹ ਆ ਕਿ ਹਾਲੇ ਵੀ ਉਹ ਪਲਾਨ ਨੂੰ ਇੰਟਾਈਸ ਕਰਕੇ ਵੇਚਿਆ ਜਾ ਰਿਹਾ ਕਿ ਉਹ ਪਲਾਨ 2 ਮਹੀਨੇ 'ਚ ਬੰਦ ਹੋ ਰਿਹਾ ਆ, ਚੱਕ ਲਓ। ਵਾਟ ਇਜ਼ ਦਿਸ? ਉਹ ਪਲਾਨ ਠੀਕ ਨਹੀਂ ਸੀ।
ਉਸ ਪਲਾਨ 'ਚ ਤਾਂ ਮਤਲਬ ਕੀ ਆਫਰ ਕੀਤਾ ਜਾਂਦਾ? ਉਹ ਪਲਾਨ 'ਚ ਆਫਰ ਕੀਤਾ ਜਾਂਦਾ, ਤੁਸੀਂ ਇੰਨੇ ਪੈਸੇ ਪਾਣੇ ਆ, ਪਲਾਨ 'ਚ ਬੰਨ ਦਿੱਤਾ ਤੁਹਾਨੂੰ। ਮੈਂ ਹੁਣ ਉਹ ਗੱਲ ਹੋ ਜੀ ਰਿਟਰਨ ਨਹੀਂ ਹੈਗੀ ਪ੍ਰੋਪਰ। ਉਹ ਜਿੰਨੇ ਤੁਸੀਂ ਪੈਸੇ ਪਾ ਰਹੇ ਆ 18 ਸਾਲਾਂ ਬਾਅਦ ਤੁਹਾਨੂੰ ਥੋੜ੍ਹੇ ਜਿਹੇ ਵੱਧ ਕਰਕੇ ਕੋਈ ਦੇ ਦੇਵੇ, ਦੈਟ ਇਜ਼ ਨੌਨਸੈਂਸ। ਮਤਲਬ ਮੈਨੂੰ ਇੱਥੇ ਆਪਣੀ ਕਮਿਊਨਿਟੀ ਦੇ ਨਾਲ ਇਹ ਗੱਲ ਆ ਕਿ ਕਮਿਊਨਿਟੀ ਜਿਹੜੀ ਕੰਜ਼ਿਊਮਰ ਮਾਰਕੀਟ ਉਹ ਬੜੀ ਚਾਰੀ ਨੇਵ ਆ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ, ਉਹਨਾਂ ਨੂੰ ਬੇਟ ਕਰਕੇ ਉਹ ਪਲਾਨਸ ਦਿੱਤੇ ਜਾਂਦੇ ਆ, ਜਿਹੜਾ ਕਿ ਲੋੜ ਨਹੀਂ ਹੈਗੀ। ਥੋੜਾ ਜਿਹਾ ਇੱਥੇ ਐਜੂਕੇਟ ਹੋਣ ਦੀ ਲੋੜ ਆ। ਮੈਂ ਮੰਨਦਾ ਕਿ ਇਹ ਵੀ ਹੋ ਸਕਦਾ ਕਿ ਇਸ ਚੀਜ਼ ਨਾਲ ਵੀ ਜ਼ਰੂਰੀ ਨਹੀਂ ਕਿ ਕੋਈ ਸਾਰੇ ਸਹਿਮਤ ਹੋਣ, ਹਾਂਜੀ, ਪਰ ਇੰਨਾ ਜ਼ਰੂਰ ਮੈਂ ਗੱਲ ਸਮਝਦਾ, ਜਿਹੜੀ ਤੁਹਾਡੀ ਸਾਰੀ ਗੱਲ ਦਾ ਸਾਰ ਹੈ ਜਾਂ ਭਾਵ ਹੈ ਕਿ ਕੁਝ ਵੀ ਜੋ ਖਰੀਦਣਾ, ਕੋਈ ਵੀ ਜਿਹੜਾ ਪ੍ਰੋਡਕਟ ਹੈ, ਉਹ ਜ਼ਰੂਰੀ ਨਹੀਂ ਕਿ ਸਾਰਿਆਂ ਵਾਸਤੇ ਸਹੀ ਹੋਵੇ। ਬਿਲਕੁਲ, ਭਾਵੇਂ ਉਹ ਦੇਖਣ ਨੂੰ ਆਪਣੇ ਆਪ 'ਚ ਕਿੰਨਾ ਮਰਜ਼ੀ ਚੰਗਾ ਲੱਗੇ ਜੀ। ਹਰ ਬੰਦੇ ਨੂੰ, ਜਿਵੇਂ ਹੁਣ ਫੋਰ ਐਗਜ਼ਾਮਪਲ ਜਿਹੜੀਆਂ ਟਰਮ ਐਂਡ ਜਿਹੜੀਆਂ ਲਾਈਫ ਜਾਂ ਯੂਨੀਵਰਸਲ ਪੋਲਿਸੀਜ਼ ਨੇ, ਹੁਣ ਉਹਨਾਂ ਬਾਰੇ ਵੀ ਤੁਸੀਂ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਕਿ ਆਹੀ ਚੰਗੀ ਹੈ। ਇੱਕ ਬੰਦੇ ਦੀ ਸਿਚੁਏਸ਼ਨ ਮੁਤਾਬਕ ਹੋ ਸਕਦਾ ਉਹਦੇ ਲਈ ਟਰਮ ਹੀ ਅੱਛੀ ਹੋਏ, ਕਿਸੇ ਦੂਜੇ ਲਈ ਹੋ ਸਕਦਾ ਜਿਹੜੀ ਲਾਈਫ ਹੈ ਜਾਂ ਯੂਨੀਵਰਸਲ ਨੇ ਇਹ ਅੱਛੀਆਂ ਹੋਣ। ਬਿਲਕੁਲ ਤੁਹਾਡੀ ਗੱਲ ਠੀਕ ਆ। ਬਸ ਇੱਥੇ ਮੈਂ ਇੰਨਾ ਕਹਿਣਾ ਚਾਹੁੰਦਾ ਵੀ ਜਿਹੜਾ ਇੱਕ ਕੰਜ਼ਿਊਮਰ ਆ, ਜਿਹੜੀ ਇੱਕ ਫੈਮਿਲੀ ਆ, ਜਾਂ ਜਿਹੜਾ ਬੰਦੇ ਨੇ ਇੱਕ ਚੀਜ਼ ਬਾਏ ਕਰਨੀ ਆ, ਦੇ ਸ਼ੁੱਡ ਨਾਟ ਮੇਕ ਅ ਹੇਸਟੀ ਡਿਸੀਜਨ ਕਿ ਸੇਲ ਲੱਗੀ ਆ ਚੱਕ ਲਓ। ਨੋ, you have to do your proper homework. Just ask some basic questions ਕਿ ਕੀ ਮੈਨੂੰ ਪਲਾਨ ਦੇ ਪੈਸੇ ਹਰ ਵਾਰ ਦੇਣੇ ਪੈਣਗੇ, ਕੀ ਮੈਂ ਵਿੱਚ ਪੇਮੈਂਟ ਸਟਾਪ ਕਰ ਸਕਦਾ ਜੇ ਮੈਂ ਇੰਡੀਆ ਚਲਾ ਗਿਆ 6 ਮਹੀਨੇ ਲਈ, ਕੀ ਮੈਂ ਪਲਾਨ ਦਾ ਪ੍ਰੀਮੀਅਮ ਵਧਾ ਘਟਾ ਸਕਦਾ ਹਾਂ, ਮੈਨੂੰ ਜਿਹੜੀ ਤੁਸੀਂ ਕੈਸ਼ ਵੈਲਿਊ ਪ੍ਰੋਮਿਸ ਕਰ ਰਹੇ ਹੋ ਕਿਸ ਆਧਾਰ ਤੇ ਆ। ਕਿਉਂਕਿ ਅੱਜ ਤੋਂ ਬਾਅਦ ਕੀ ਹੋਣਾ ਸ਼ਮੀਲ ਜੀ, 15-20 ਸਾਲਾਂ ਬਾਅਦ ਵੀ ਆਰ ਨਾਟ ਇਕਨੋਮਿਕਸ ਗੁਰੂਜ਼ ਕਿ ਸਾਊਥ ਏਸ਼ੀਅਨ ਮਾਰਕੀਟ ਤੇ ਮਿਡਲ ਈਸਟ ਮਾਰਕੀਟ ਤੇ ਨਾਰਥ ਅਮਰੀਕਨ ਮਾਰਕੀਟ 'ਚ ਕਿਹੜੇ ਫੰਡ ਵਧਣੇ ਘਟਣੇ ਆ। ਵੀ ਡੋਂਟ ਹੈਵ ਫੁੱਲ ਐਕਸੈਸ, ਸੋ ਯੂ ਹੈਵ ਟੂ do those illustrations with the conservative numbers. Nobody in this market can promise you a 10% growth every year for the next 20 years. That is not a right statement. Your statements are made on some assumptions and you have to openly tell your client कि मेरी assumptions ਇਹ ਵਾਲੀਆਂ ਆ। ਜੇ ਤੁਸੀਂ assumptions ਨੂੰ ਨਹੀਂ ਪੁੱਛ ਰਹੇ ਜਾਂ ਕਲਾਇੰਟ ਪੁੱਛ ਲਵੇ ਤੁਹਾਨੂੰ, you have to open it up। ਕਿਉਂਕਿ ਪ੍ਰੋਬਲਮ ਇਹ ਆ ਕਿ ਜਿਹੜੇ ਪਲਾਨਸ ਹੈ 20-25-30 ਸਾਲਾਂ ਦੀ ਮੈਚੁਰਿਟੀ ਹੁੰਦੀ ਆ। ਵੀ ਡੋਂਟ ਨੋ ਕਿ ਤੁਸੀਂ ਕਿੱਥੇ ਹੋਣਾ 30 ਸਾਲ ਬਾਅਦ ਤੇ ਮੈਂ ਕਿੱਥੇ ਹੋਣਾ 30 ਸਾਲ ਬਾਅਦ। ਬਿਲਕੁਲ। ਤੇ ਜੇ ਹੁਣ ਕੋਈ ਬੰਦਾ ਕੀ ਹਾਲਾਤ ਹੋਣੇ ਨੇ, ਹਾਂਜੀ ਬਿਲਕੁਲ ਸਾਨੂੰ ਪਤਾ ਨਹੀਂ। ਨੋਬਡੀ ਪ੍ਰੈਡਿਕਟਡ ਕੋਵਿਡ। ਸਾਨੂੰ ਨਹੀਂ ਪਤਾ ਵੀ ਕੈਨੇਡਾ ਦਾ ਕੀ ਹਾਲ ਹੋਣਾ, US ਦਾ ਕੀ ਹਾਲ ਹੋਣਾ। ਜੇ ਤੁਸੀਂ ਕਲਾਇੰਟ ਕੋਈ ਕਹਿ ਰਿਹਾ ਕਿ ਨਹੀਂ ਉਹ ਬੰਦੇ ਦੀ ਮੈਂ ਜੀ ਸੁਣੀ ਆ, ਉਹ ਬਹੁਤ ਪ੍ਰਮੋਟ ਕਰ ਰਿਹਾ ਸੋਸ਼ਲ ਮੀਡੀਆ ਤੇ ਬਲਾ ਦੈਟਸ ਫਾਈਨ, ਆਲ ਗੁੱਡ। You can have a cup of tea with them, talk about it, but ask some right questions. Is that plan good for you or not? You should not be pressurized to take a plan. You should not be enticed to take a plan. ਬਸ ਬੇਸਿਕਲੀ ਗੱਲ ਨਿਬੜਦੀ ਹੈ ਅਵੇਅਰਨੈਸ ਤੇ। ਜੀ ਬਿਲਕੁਲ। ਔਰ ਆਪਣੀ ਸਿਚੁਏਸ਼ਨ ਨੂੰ ਅਸੈਸ ਕਰਨ ਦੀ ਜਿਹੜੀ ਅਬਿਲਿਟੀ ਹੈ, ਕਿਉਂਕਿ ਅਸੀਂ ਤੇ ਸਾਡੀ ਤੇ ਗੱਲਬਾਤ ਦਾ ਮਕਸਦ ਇਹ ਰਹਿੰਦਾ ਕਿ ਚਾਹੇ ਵੋਟ ਪਾਉਣ ਦਾ ਮਾਮਲਾ ਤੇ ਚਾਹੇ ਕੁਝ ਖਰੀਦਣ ਦਾ ਮਾਮਲਾ, ਇਹਦੇ 'ਚ ਜਿਹੜੇ ਇਮੋਸ਼ਨਲ ਨਾਅਰੇ ਨੇ ਤੇ ਇਮੋਸ਼ਨਲ ਗੱਲਾਂ ਨੇ, ਇਮੋਸ਼ਨਲ ਚੀਜ਼ਾਂ ਨੇ, ਉਹਨਾਂ 'ਚ ਪੈਣ ਦੀ ਬਜਾਏ ਆਪਣੀ ਸਿਚੁਏਸ਼ਨ ਦੇਖੋ। ਬਿਲਕੁਲ, ਤੁਸੀਂ ਆਪਣੀ ਦੇਖੋ। ਘਰ ਖਰੀਦਣ ਤੋਂ ਲੈ ਕੇ ਇੰਸ਼ੋਰੈਂਸ ਖਰੀਦਣ ਤੱਕ। ਹਾਂਜੀ ਬਿਲਕੁਲ, ਜੋ ਵੀ ਤੁਸੀਂ ਘਰ, ਬਿਲਕੁਲ ਮੈਂ ਤਾਂ ਚਲੋ ਘਰ ਬਾਰੇ ਗੱਲ ਬਹੁਤੀ ਕਰ ਨਹੀਂ ਸਕਦਾ, ਬਟ ਮੇਰਾ ਜਿਹੜਾ ਮਕਸਦ ਹੈ ਮੈਸੇਜ ਦੇਣ ਦਾ ਉਹ ਹੈਗਾ ਵੀ ਚਾਹੇ ਤੁਸੀਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਹਾਇਰ ਕਰ ਰਹੇ ਆ, ਚਾਹੇ ਤੁਸੀਂ ਕੋਈ ਲਾਇਰ ਹਾਇਰ ਕਰ ਰਹੇ ਆ, ਚਾਹੇ ਮੌਰਗੇਜ ਕਰਵਾ ਰਹੇ ਆ, ਉਹਦੇ ਨਾਲ ਓਪਨ ਅਪ ਹੋਵੋ, ਗੱਲਾਂ ਕਲੀਅਰ ਕਰੋ। ਕਿਉਂਕਿ ਪੈਸਾ ਤੁਹਾਡਾ ਜਾ ਰਿਹਾ। ਜਿੱਦਾਂ ਮੈਂ ਤੁਹਾਨੂੰ ਇੱਕ ਫੈਕਟ ਦੱਸਿਆ, ਜੇ ਉਹ ਪਾਲਿਸੀਜ਼ ਅੱਗੇ ਜਾ ਕੇ ਕੈਂਸਲ ਹੁੰਦੀਆਂ ਆ, ਕੰਪਨੀ 20 ਪੈਸਾ ਬਣਾ ਗਈ, ਏਜੰਟ 20 ਪੈਸਾ ਬਣਾ ਗਿਆ, ਬ੍ਰੋਕਰੇਜ 20 ਪੈਸਾ ਬਣਾ ਗਈ, ਇੱਕੋ ਬੰਦਾ ਜਿਹੜਾ ਨੁਕਸਾਨ ਹੋਇਆ ਉਹ ਕਲਾਇੰਟ ਹਿਮਸੈਲਫ ਆ। ਜਿੰਨਾ ਮਰਜ਼ੀ ਕਲਾਇੰਟ ਰੋਲ ਵੇ, ਉਹਦੀ ਸੁਣਵਾਈ ਨਹੀਂ ਹੋਣੀ ਕਿਉਂਕਿ ਪੇਪਰਾਂ ਤੇ ਸਾਈਨ ਉਹਨੇ ਕੀਤੇ ਆ। ਸੋ ਬਿਫੋਰ ਯੂ ਸਾਈਨ ਸਮਥਿੰਗ, ਆਸਕ ਸਮ ਵੈਲਿਡ ਕੁਐਸਚਨਸ ਫਰਮ ਦਾ ਐਡਵਾਈਜ਼ਰ ਐਂਡ ਇਫ ਦੇ ਆਰ ਏਬਲ ਟੂ ਸੈਟਿਸਫਾਈ ਯੋਰ ਕੁਐਸਚਨਸ, ਗੋ ਹੈਡ ਵਿਦ ਦੈਮ। ਸੁਦੀਪ ਜੀ, ਇੱਕ ਜਤਨ ਹੋਰਾਂ ਨੇ ਇੱਕ ਪੁਆਇੰਟ ਧਿਆਨ 'ਚ ਲਿਆਂਦਾ। ਇਹ ਕਹਿੰਦੇ ਨੇ ਕਿ ਜਿਹੜੇ ਪਲਾਨ ਨੇ ਇਹਨਾਂ 'ਚ ਇੱਕ ਸਰੈਂਡਰ ਵੈਲਿਊ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਕੋਲੈਟਰਲ ਲੋਨ ਲੈ ਸਕਦੇ ਹੋ ਉਹਦੇ ਅਗੇਂਸਟ। ਜਤਨ ਜੀ ਦਾ ਬਹੁਤ ਅੱਛਾ ਸਵਾਲ ਪੁੱਛਿਆ। ਇਹ ਹੁੰਦਾ ਕਿ ਜਦੋਂ ਤੁਸੀਂ ਲੋਨ ਦੇ ਅਗੇਂਸਟ ਕੋਈ ਕੈਸ਼ ਵੈਲਿਊ ਬਣ ਗਈ ਆ, ਤੁਸੀਂ ਉਹਦੇ ਅਗੇਂਸਟ ਲੋਨ ਚੱਕ ਲੈਂਦੇ ਹੋ, ਵਿਚ ਇਜ਼ ਐਬਸੋਲੂਟਲੀ ਫਾਈਨ, ਅੱਛੀ ਗੱਲ ਆ, ਉਹ ਕਰਨਾ ਚਾਹੀਦਾ ਆ। ਕੈਸ਼ ਵੈਲਿਊ ਦੇ ਅਗੇਂਸਟ ਜਿਹੜਾ ਲੋਨ ਆ 1% ਤੱਕ ਮਿਲਦਾ ਆ, ਬੈਂਕ ਦਿੰਦੇ ਆ। ਬਟ ਤੁਸੀਂ ਇਹ ਵੀ ਨਾਲ ਸਮਝਣ ਦੀ ਜ਼ਰੂਰੀ ਆ ਇੱਕ ਕਲਾਇੰਟ ਨੂੰ, ਜਦੋਂ ਆਪਾਂ ਲੋਨ ਚੱਕਦੇ ਹਾਂ ਲੋਨ ਦਾ ਇੱਕ ਇੰਟਰਸਟ ਹੁੰਦਾ ਆ, ਉਹ ਲੋਨ ਦਾ ਇੰਟਰਸਟ ਹੋਏਗਾ ਪ੍ਰਾਈਮ ਪਲੱਸ ਕੁਛ ਹੋਏਗਾ। ਅੱਜ ਕੱਲ੍ਹ ਆਪਾਂ ਨੂੰ ਸਭ ਨੂੰ ਪਤਾ ਪ੍ਰਾਈਮ ਰੇਟ ਕਿੱਥੇ ਚਲੇ ਗਏ ਆ। ਜਦੋਂ ਆਪਾਂ ਲੋਨ ਲਵਾਂਗੇ, ਜੇ ਤਾਂ ਲੋਨ ਤੁਸੀਂ ਵਿਦਿਨ ਫਿਊ ਮੰਥਸ ਐਂਡ ਈਅਰਸ ਯੂ ਪੇ ਬੈਕ ਦੈਟ ਲੋਨ, ਦੈਨ ਯੋਰ ਪਾਲਿਸੀ ਇਜ਼ ਗੁੱਡ ਟੂ ਗੋ, ਵਿਚ ਇਜ਼ ਫਾਈਨ। ਪਰ ਜੇ ਤੁਸੀਂ ਲੋਨ ਲੈ ਕੇ ਸਮਝਦੇ ਕਿ ਮੇਰੇ ਹੁਣ ਜੇਬ 'ਚ ਆ ਗਿਆ ਤੇ ਮੈਂ ਇਹਨੂੰ ਵਰਤਣਾ ਆ, ਮੈਂ ਇਹਨੂੰ ਵਾਪਸ ਨਹੀਂ ਕਰਨਾ, ਤੁਹਾਡੀ ਪਾਲਿਸੀ ਕੁਝ ਸਾਲਾਂ ਬਾਅਦ ਲੈਪਸ ਹੋ ਜਾਏਗੀ, ਡਿਪੈਂਡਿੰਗ ਔਨ ਦਾ ਕੈਲਕੂਲੇਸ਼ਨਸ। ਤੇ ਤੁਸੀਂ ਜਿਹੜੀ ਇੰਸ਼ੋਰੈਂਸ ਲਈ ਸੀ ਉਹ ਕੈਸ਼ ਵੈਲਿਊ ਵਾਸਤੇ ਨਹੀਂ ਲਈ ਸੀ, ਉਹ ਇੰਸ਼ੋਰੈਂਸ ਨੂੰ ਇੰਸ਼ੋਰੈਂਸ ਵਾਸਤੇ ਲਿਆ ਸੀ।
ਸੋ ਬੇਸਿਕਲੀ ਇਹ ਥੋੜ੍ਹੀਆਂ ਜਿਹੜੀਆਂ ਚੀਜ਼ਾਂ ਆ ਕੰਪਲੈਕਸ ਆ, ਕਿਉਂਕਿ ਇਟ ਇਨਵੋਲਵਸ ਲੋਟ ਆਫ ਕੈਲਕੂਲੇਸ਼ਨਸ ਇਨ ਦਾ ਫਿਊਚਰ ਕਿ ਆਪਾਂ ਕੀ ਹੋਏਗਾ। ਕਿਉਂਕਿ ਮੈਂ ਤੁਹਾਨੂੰ ਜਿੱਦਾਂ ਸਟਾਰਟਿੰਗ ਸੈਕਸ਼ਨ 'ਚ ਦੱਸਿਆ ਸੀ ਕਿ ਇਹ ਪਲਾਨਸ ਲੌਂਗ ਟਰਮ ਹੁੰਦੇ ਆ, 20 ਸਾਲ 25 ਸਾਲ 30 ਸਾਲ। ਵੀ ਕੈਨ ਨਾਟ ਪ੍ਰੈਡਿਕਟ what will be the interest rates in those years। ਫਿਰ ਬੰਦਾ ਟਰਮ ਪਾਲਿਸੀ ਲੈ ਲਵੇ, ਜਿਹੜੀਆਂ ਇੰਸ਼ੋਰੈਂਸ ਦੀਆਂ ਨੀਡਸ ਵਾਸਤੇ ਇਹ ਜਿਹੀ ਚੀਜ਼ਾਂ ਨੂੰ ਕਿਨੂੰ ਸੇਵਿੰਗ ਨੂੰ ਤੇ ਇੰਸ਼ੋਰੈਂਸ ਨੂੰ ਕੰਬਾਈਨ ਕਿਉਂ ਕੀਤਾ ਜਾਵੇ। ਦੇਖੋ ਚਮਿਲ ਜੀ, ਇਹ ਇੱਕ ਬੜਾ ਡਿਬੇਟੇਬਲ ਟੌਪਿਕ ਆ। ਮੇਰਾ ਮਕਸਦ ਸਿਰਫ ਇੰਨਾ ਸੀਗਾ ਜਿੱਥੇ ਆ ਕੇ ਤੁਹਾਨੂੰ ਸਰੋਤਿਆਂ ਨੂੰ ਰੂਬਰੂ ਹੋਣ ਦਾ ਕਿ ਉਹ ਜਿਹੜੇ ਤੁਸੀਂ ਕੋਈ ਬੰਦਾ ਤੁਹਾਨੂੰ ਅਪਰੋਚ ਕਰ ਰਿਹਾ ਨਾ, ਉਹ ਕੋਈ ਇੱਕ ਰਾਈਟ ਸਵਾਲ ਪੁੱਛੋ। ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਕੁਝ ਕਮਿਊਨਿਟੀ ਦੇ ਬੰਦਿਆਂ ਦੇ ਰੀਸੈਂਟਲੀ ਲਾਇਸੈਂਸ ਕੈਂਸਲ ਹੋਏ ਆ। ਤੁਸੀਂ ਉਹਦਾ ਲਾਇਸੈਂਸ ਦੀ ਵੈਲਿਡਿਟੀ ਚੈੱਕ ਕਰ ਲਓ, ਕਿੰਨਾ ਕੁ ਟਾਈਮ ਲੱਗਦਾ ਆ। ਉਹਦੀ ਵੈਰੀਫਿਕੇਸ਼ਨ ਚੈੱਕ ਕਰ ਲਓ ਵੀ ਭਾਈ ਤੂੰ ਕਿਹੜੀ ਕੰਪਨੀ ਤੋਂ ਆਇਆ ਆ, ਤੂੰ ਕੀ ਕੰਮ ਕਰਦਾ, ਤੂੰ ਇੱਦਾਂ ਦੀ ਪਾਲਿਸੀਆਂ ਪਹਿਲਾਂ 2-4 ਬੰਦਿਆਂ ਨੂੰ ਵੇਚੀਆਂ ਆ, ਕੋਈ ਇੱਧਰ ਰਿਵਿਊਜ਼ ਹੈਗੇ ਆ, ਕੋਈ ਮੀਡੀਆ। ਅੱਜ ਕੱਲ੍ਹ ਆਪਾਂ ਕੋਈ ਚੀਜ਼ ਵੇਖਣੀ ਆ ਵੀ ਕੀ ਕਰਨਾ, ਆਪਾਂ ਕੀ ਕਰਦੇ, ਆਪਾਂ ਗੂਗਲ ਕਰਦੇ ਆ, ਆਪਾਂ ਫੇਸਬੁੱਕ ਤੇ ਜਾਂਦੇ, ਬੰਦੇ ਬਾਰੇ ਕ੍ਰੈਡੀਬਿਲਿਟੀ ਚੈੱਕ ਕਰਦੇ, ਉਹਦੇ ਕ੍ਰੈਡੈਂਸ਼ੀਅਲਸ ਕੀ ਆ। ਅੱਜ ਕਿਸੇ ਨੇ ਰੈਡ FM ਬਾਰੇ ਜਾਣਨਾ ਹੋਵੇ, ਉਹਦਾ ਸਟੂਡੀਓ ਕਿੱਥੇ ਆ, ਕੀ ਮੈਨੂੰ ਤੁਹਾਨੂੰ ਫੋਨ ਕਰਨ ਦੀ ਲੋੜ ਆ? ਗੂਗਲ ਤੇ ਸਭ ਕੁਝ ਪਿਆ ਵੀ ਤੁਸੀਂ 7 ਸਾਲ ਪੈਕਦੇ ਆ, ਤੁਸੀਂ ਇੰਨੀ ਦੇਰ ਦੇ ਮਾਰਕੀਟ 'ਚ ਕੰਮ ਕਰ ਰਹੇ ਆ। ਸੋ ਬੇਸਿਕਲੀ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਲਾਸਟ ਸੈਕਸ਼ਨ 'ਚ ਹੁਣ ਕਿ ਜਿਹੜੀ ਕਮਿਊਨਿਟੀ ਆ ਉਹ ਆਪਣੇ ਨੂੰ ਅਵੇਅਰ ਕਰੇ ਥੋੜ੍ਹਾ ਜਿਹਾ। ਜਿਹੜਾ ਬੰਦਾ ਤੁਹਾਡੇ ਕੋਲ ਆਇਆ ਉਹਦੇ ਬਾਰੇ ਕ੍ਰੈਡੈਂਸ਼ੀਅਲਸ, ਉਹਦੀ ਕ੍ਰੈਡੀਬਿਲਿਟੀ, ਉਹਦੇ ਰਿਵਿਊਜ਼, ਉਹਦੇ ਰੈਫਰੈਂਸਿਸ ਨੂੰ ਚੈੱਕ ਕਰੋ। ਉਹ ਕੀ ਕਰਦਾ ਪਿਆ, ਉਹਦੀਆਂ ਜਿਹੜਾ ਤੁਹਾਨੂੰ ਪਲਾਨ ਪੇਸ਼ ਕਰ ਰਿਹਾ ਆ ਉਹਨੂੰ ਐਂਡ ਟੂ ਐਂਡ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹਦੀਆਂ ਅਜ਼ੰਪਸ਼ਨਸ ਕੀ ਆ, ਮੈਂ ਕਿੰਨੀ ਦੇਰ ਦੇਣੇ ਆ, ਇਹਦੇ ਪ੍ਰੋਜ਼ ਐਂਡ ਕੌਨਸ ਕੀ ਆ, ਜੇ ਕੀ ਮੈਨੂੰ ਇਹ ਲੈਣਾ ਜ਼ਰੂਰੀ ਹੈ ਜਾਂ ਕੀ ਮੇਰੇ ਕੋਲ ਕੋਈ ਹੋਰ ਆਪਸ਼ਨ ਵੀ। ਬਾਅਦ ਵਿੱਚ ਨਹੀਂ ਤਾਂ ਲੋਕ ਫਿਰ ਸ਼ਿਕਾਇਤ ਪਤਾ ਕਿੱਥੇ ਹੁੰਦੀ ਹੈ, ਪ੍ਰੋਡਕਟ ਤੁਸੀਂ ਗਲਤ ਖਰੀਦਿਆ ਤੇ ਸਵਾਲ ਕਈ ਵਾਰ ਸਾਨੂੰ ਹੁੰਦਾ ਵੀ ਤੁਸੀਂ ਉਹਦੀ ਐਡ ਕਿਉਂ ਚਲਾਈ ਸੀ। ਹਾਂਜੀ, ਵੀ ਐਡ ਚਲਾਉਣਾ ਤਾਂ ਕਿਸੇ ਦਾ ਰਾਈਟ ਹੈ, ਬਿਲਕੁਲ, ਪਰ ਕੰਜ਼ਿਊਮਰ ਦਾ ਵੀ ਕੋਈ ਰਾਈਟ ਹੈ ਸਟੱਡੀ ਕਰਨਾ। ਹਾਂ, ਇੱਕ ਮੈਂ ਇਹ ਵੀ ਚਾਹਨਾ ਗੱਲ ਕਿ ਕਿਸੇ ਨੂੰ ਜਦੋਂ ਕੋਈ ਪ੍ਰੋਡਕਟ ਕਮਿਊਨਿਟੀ 'ਚ ਦਿੱਤਾ ਜਾਂਦਾ ਆ, ਵੀ ਸ਼ੁੱਡ ਨਾਟ ਮੇਕ ਇਟ ਲੁੱਕ ਲਾਈਕ ਕਿ ਇਹ ਜੀ ਹੌਟ ਸੇਲ ਆ, ਇਹ ਕੋਈ ਆਲੂ ਪਿਆਜ਼ ਦੀ ਸੇਲ ਨਹੀਂ ਹੈਗੀ। ਮਾਫ ਕਰਨਾ, ਇਹ ਇੰਸ਼ੋਰੈਂਸ ਦਾ ਪ੍ਰੋਡਕਟ ਹੈ ਜਿਹੜਾ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦੇ ਪਰਿਵਾਰਾਂ ਦੇ ਕੰਮ ਆਉਣਾ ਆ। ਐਂਟਾਈਸਮੈਂਟ ਹੋ ਕੇ, ਬੇਟਿੰਗ ਹੋ ਕੇ ਪ੍ਰੋਡਕਟ ਨਾ ਲਓ, ਸਮਝੋ ਪਲਾਨ ਨੂੰ, ਏਜੰਟ ਤੋਂ ਠੀਕ ਸਵਾਲ ਪੁੱਛੋ। ਤੁਹਾਡੇ ਏਜੰਟ ਸਵਾਲਾਂ ਦੇ ਜਵਾਬ ਦੇ ਪਾ ਰਿਹਾ ਆ, ਜੀ ਸੱਦ ਕੇ ਕੰਮ ਕਰੋ। ਜੇ ਤੁਹਾਨੂੰ ਲੱਗਦਾ ਕਿ ਬੰਦੇ ਨੂੰ ਹਲੇ ਨੌਲੇਜ ਪ੍ਰੋਪਰ ਨਹੀਂ ਹੈਗੀ ਜਾਂ ਤੁਸੀਂ ਸੈਟਿਸਫਾਈਡ ਨਹੀਂ ਹੋਏ, ਉਹਨੂੰ ਕਹੋ ਭਰਾ ਦੋਸਤੀ ਕਾਇਮ ਆ, ਹਲੇ ਮੈਂ ਪਾਲਿਸੀ ਲੈਣ ਦੇ ਮੂਡ 'ਚ ਨਹੀਂ ਹੈਗਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਕਾਫੀ ਪੈਸ਼ਨੇਟ ਤਰੀਕੇ ਨਾਲ ਆਪਣੀ ਗੱਲ ਕਹੀ ਹੈ ਤੇ ਸਾਡਾ ਤੁਹਾਡੀ ਗੱਲ ਦਾ ਮਕਸਦ ਇੰਨਾ ਹੀ ਹੈ ਕਿ ਕੋਈ ਵੀ ਚੀਜ਼ ਜਿਹੜਾ ਹੈ ਚੰਗੀ ਤਰ੍ਹਾਂ ਸਟੱਡੀ ਕਰਕੇ ਲੈਣੀ ਚਾਹੀਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੁਨੀਲ ਜੀ।